ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਭ ਕੀ ਸਿਰ ਪਰ ਹੋਤੇ ਸੋ ਕੀਸ, ਸ਼ਮਸ਼ ਮੂਛ ਕੋ ਧਰਤ ਵਿਸ਼ੇਸ਼। ਸਭ ਕੀ ਸਿਰ ਪਰ ਹੋਤੇ ਸੋ ਕੀਸ, ਸ਼ਮਸ਼ ਮੂਛ ਕੋ ਧਰਤ ਵਿਸ਼ੇਸ਼। ਸਤਨਾਮ ਸ੍ਰੀ ਵਾਹਿਗੁਰੂ ਜੀ। ਜੇ ਨਾਮ ਉਚਾਰਤ ਸਭ ਦੁਖ ਮਿਟੇ, ਸੁਖ ਸੰਪਤ ਹੋਏ ਸਦਾ ਗਰੇ ਵਾਸੀ। ਕਰਤ ਪੂਰਬ ਪਾਪ ਮਿਟੇ ਸਭੀ, ਹਰ ਕੇ ਦਲ ਹੋਏ ਸਵੈ ਖਿਨ ਨਾਸੀ। ਹਿਤਮਾਨ ਵਧੇ ਤਰੀ ਜਗ ਮੈਂ, ਭਰਪੂਰਨ ਰੂਪ ਸਦਾ ਅਵਿਨਾਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਪਗ ਪੰਕਜ, ਭਜੋਰ ਮੈਂ ਨਿਤ ਜੋਤ ਪ੍ਰਗਾਸੀ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੇ, ਜਿਹੜੇ ਵਿਦਵਾਨ ਲਿਖਾਰੀ ਕਵੀ ਜਨ ਮਹਾਰਾਜ ਦੇ ਪਾਸ ਰਹਿਣ ਵਾਲੇ ਸੀ, ਉਹਨਾਂ ਨੇ ਫਿਰ ਜੋ ਹੈ ਤੰਬਾਕੂ ਜਗਤ ਜੋਠ ਇਸ ਦੇ ਪ੍ਰਥਾਏ ਵੀ ਬੜੀਆਂ ਡੂੰਘੀਆਂ ਵਿਚਾਰਾਂ ਕੀਤੀਆਂ ਸਨ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਤਾਂ ਬਹੁਤ ਵੱਡੀ ਭੈੜੀ ਬਿਮਾਰੀ ਹੈ, ਜੋ ਇਹਦੀ ਪੈਦਾਇਸ਼ ਬਾਰੇ ਪਹਿਲਾਂ ਵੀ ਕਵੀ ਜੀ ਨੇ ਆਪਣੀ ਕਲਮ ਦੇ ਨਾਲ ਜ਼ਿਕਰ ਕੀਤਾ ਹੈ। ਉਸ ਦੇ ਪਰਥਾਏ ਰਹਿਤਨਾਮਿਆਂ ਦੇ ਵਿੱਚ ਵੀ ਲਿਖਿਆ ਹੋਇਆ ਵੀ ਜਿਵੇਂ ਜਮਦਗਨੀ ਰਿਸ਼ੀ ਨੂੰ ਹੰਕਾਰ ਦੇ ਵਿੱਚ ਆ ਕਰਕੇ ਸਹਸਰ ਬਾਹੂ ਰਾਜੇ ਨੇ ਕਾਮਧੇਨ ਗਊ ਖਾਣ ਦੇ ਲਈ ਮਾਰਿਆ। ਉਹਦੇ ਖੁਰ ਦੇ ਵਿੱਚ ਜੋ ਤੀਰ ਲੱਗਿਆ, ਉਸ ਤੋਂ ਫਿਰ ਬਹੁਤ ਵੱਡੀ ਜਿਹੜੀ ਭਿਆਨਕ ਬੂਟੀ ਪੈਦਾ ਹੋਈ। ਕਵੀ ਜੀ ਨੇ ਥੋੜ੍ਹਾ ਜਿਹਾ ਇੱਥੇ ਫਰਕ ਪਾ ਕਰਕੇ ਲਿਖਿਆ, ਪਰ ਜ਼ਿਆਦਾਤਰ ਇਸ ਹਕੀਕਤ ਨੂੰ ਵੀ ਮੰਨਿਆ ਜਾਂਦਾ ਹੈ ਜਿਵੇਂ ਜਿਵੇਂ ਪਰਸ਼ੁਰਾਮ ਦੇ ਪਿਤਾ ਜਮਦਗਨੀ ਨੂੰ ਨੇ ਹੰਕਾਰ ਦੇ ਵਿੱਚ ਆ ਕਰਕੇ ਮਾਰਿਆ ਸੀ। ਜਿਹੜੇ ਨੇ ਸਾਇੰਸਦਾਨ ਡਾਕਟਰ, ਉਹਨਾਂ ਨੇ ਵੀ ਇਹ ਵਰਤਮਾਨ ਸਮੇਂ ਦੇ ਵਿੱਚ ਸਿੱਧ ਕਰ ਦਿੱਤਾ ਹੈ ਵੀ ਤੰਬਾਕੂ ਜਗਤ ਜੋੜ ਦੇ ਨਾਲ ਤਾਂ ਮਨੁੱਖ ਨੂੰ ਬਹੁਤ ਭੈੜੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ।
ਜੇ ਕੋਈ ਨੇੜੇ ਖੜਾ ਹੋ ਕਰਕੇ ਵੀ ਇਸ ਤੰਬਾਕੂ ਦੀ ਵਰਤੋਂ ਕਰ ਰਿਹਾ ਹੋਵੇ, ਉਸ ਸਮੇਂ ਵੀ ਕਿਹੋ ਜੀ ਪੈੜੀ ਹਵਾ ਦੇ ਵਿੱਚ ਬੜੀ ਦੂਰ ਤੱਕ ਫੈਲ ਜਾਂਦੀ ਹੈ। ਇਹਨਾਂ ਜ਼ਬਨਾਂ ਨੇ ਆਰੀਆ ਲੋਕਾਂ ਨੂੰ ਕਮਜ਼ੋਰ ਕਰਨ ਦੇ ਲਈ ਇਹ ਜਿਹੜੀ ਬੂਟੀ ਹਿੰਦੁਸਤਾਨ ਦੇ ਵਿੱਚ ਲਿਆਂਦੀ ਸੀ। ਗਿਆਨੀ ਗਿਆਨ ਸਿੰਘ ਜੀ ਨੇ ਬੜੇ ਸ਼ਲੋਕ ਵੀ ਪੁਰਾਣਾ ਦੇ ਵਿੱਚੋਂ ਕੱਢ ਕਰਕੇ ਲਿਖੇ ਹੋਏ ਹਨ ਵੀ ਜਿਹੜਾ ਵੀ ਇਹਦੀ ਵਰਤੋਂ ਕਰੂ ਉਹਦੇ ਦਾ ਫਿਰ ਜਪ ਵੀ ਤਪ ਵੀ, ਭਾਵੇਂ ਕੋਈ ਅਪਰਾਗ ਰਾਗ ਹੈ, ਸਰੋਸਤੀ ਹੈ ਔਰ ਜਮਨਾ ਹੈ, ਗੰਗੋਤਰੀ ਹੈ, ਇਹਨਾਂ ਵੱਡੇ ਵੱਡੇ ਤੀਰਥਾਂ 'ਤੇ ਕੀਤੀ ਹੋਈ ਯਾਤਰਾ ਬਿਲਕੁਲ ਭਸਮੇ ਹੋ ਜਾਣੀ ਹੈ। ਸਤਿਗੁਰੂ ਜੀ ਨੇ ਵੀ ਇਸ ਜਾਤ ਜੋਟ ਤੰਬਾਕੂ ਤੋਂ ਪਹਿਲਾਂ ਹੀ ਆਪਣੇ ਖਾਲਸੇ ਨੂੰ ਵਿਵਰਜਿਤ ਕਰ ਦਿੱਤਾ ਸੀ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਭ ਕੇ ਸਿਰ ਪਰ ਹੁਤੇ ਸੋ ਕੀਸ। ਉਸ ਵਕਤ ਸਿਆਣੇ ਸਿਆਣੇ ਗੁਰਮੁਖਾਂ ਨੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਦੋਵੇਂ ਹੱਥ ਜੋੜਦਿਆਂ ਹੋਇਆਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਹੁਣ ਪਹਿਲੇ ਯੁੱਗਾਂ ਦੇ ਵੱਲ ਨਿਗਾਹ ਮਾਰ ਕੇ ਦੇਖਿਆ ਜਾਏ, ਚਾਹੇ ਸਤਯੁਗ ਹੈ, ਤ੍ਰੇਤਾ ਹੈ, ਦੁਆਪਰ ਹੈ, ਜੋ ਵੀ ਇਹਨਾਂ ਦੇ ਵਿੱਚ ਰਿਸ਼ੀ ਮੁਨੀ ਜੋਗੀ ਜਨ, ਚਾਹੇ ਇਸਲਾਮ ਮਤ ਦੇ ਨੇ ਪੀਰ ਪਕੰਬਰ ਔਲੀਆ ਅਵਤਾਰ, ਚਾਹੇ ਮਹਾਤਮਾ ਬੁੱਧ ਜੀ ਨੇ ਔਰ स्वामी जैन वीर जी, कितने मतां दे जेड़े आगू हिंदुस्तान दे विच होए हन। 15 भगतां दे दर्शन कर लो, उन्हां दे स्वरूप भी जटा जोट सामने देखे जा सकते हैं। कह लगे महाराज भी जो भी चाहे सतयुग है, त्रेता द्वापर है, इन्हां दे सारियां दे शरीरां दे उपर केस सामने देखे जा सकते हैं। शमश मूछ को तरत विशेष। सारे ऋषियों मुनिया ने अपने जिस्म दे उपर दाड़े भी मशहरे भी उस तरह सही सलामत धारण किए हुए हैं। किस प्रकार सब मुंडन पई। आ भारत वर दे विच मुंडा की मर्यादा पता नहीं है किहड़े ढंग तरीके द्वारा प्रचलित हुई है। जागृत अब है बंद पख लई। और तो जे किसे ब्राह्मण विद्वान पुछींदा तो उस वास्ते साडे नाल बड़ा झगड़ा करन लग जाते, तुहानूं पता ही नहीं। ये तो मुंडा की मर्यादा बड़े पुरातन समय तो चली आउंदी है। जग होयो हो सगरो एक सारी। महाराज दा सारा संसार ही इस पख दे विच हो चुकिया है। जे बुझ है कह श्रुति उचारी। जे उन्हां दे पास कोई सवाल जवाब कर दिया, उस वक्त अपने वेदां दे सुरतियां दे बहुत सारे प्रमाण कह देंदे हैं भी देखो फलाने थां ते श्लोक बना करके लिखे हुए हैं। कबित सुंदर स्वरूप ते करूप बन रोडे होत। जिन्हां जवाना दे बड़े सुंदर स्वरूप परमात्मा ने सोने वर्गी देई बख्शी हुई है। पर जदों अपने दाड़े मशहरियां नूं कराउंदे ने ना कतल, किहो जे फिर उन्हां दे खोटे और
ਬੜੇ ਉਹਨਾਂ ਦੇ ਚਿਹਰੇ ਕਰੂਪ ਬਣ ਜਾਂਦੇ ਹਨ। ਜੈਸੇ ਭੂਪ ਦੰਡ ਦੀਤ ਨੈਕ ਨਾ ਸ਼ਰਮ ਹੈ। ਜਿਵੇਂ ਧਰਮਾਤਮਾ ਰਾਜਾ ਦੰਡ ਦੇਣ ਲੱਗਿਆ ਕਦੇ ਵੀ ਉਹ ਸ਼ਰਮਾਉਂਦਾ ਨਹੀਂ, ਸੰਕੋਚ ਨਹੀਂ ਕਰਦਾ। ਇਸੇ ਤਰ੍ਹਾਂ ਇਹ ਵੀ ਆਪਣੇ ਸਿਰ ਮਨਾਉਣ ਲੱਗਿਆ ਕਦੇ ਵੀ ਕੋਈ ਸੰਕੋਚ ਨਹੀਂ ਕਰਦੇ ਹਨ। ਆਕ ਮੁਖ ਮੂੰਡ ਪੈ ਨਿਪਾਕ ਕੋ ਫਿਰਾਵੈ ਨਿਤ। ਚਾਹੇ ਕੈਂਚੀ ਹੈ, ਪੋਸਤਰ ਹੈ, ਪਤਾ ਨਹੀਂ ਕਿਤਨੀਆਂ ਦੀਆਂ ਗੰਦੀਆਂ ਮੰਦੀਆਂ ਥਾਵਾਂ 'ਤੇ ਲਾ ਕਰਕੇ ਫਿਰ ਉਹਨੂੰ ਖੁਸ਼ ਹੋਆ ਕਰ ਆਪਣੇ ਚਿਹਰਿਆਂ 'ਤੇ ਫਰਮਾਉਂਦੇ ਹਨ। ਸੋਭਾ ਲੋਕ ਗਤ ਪਰ ਲੋਕ ਕੀ ਬਿਗਾੜੈ ਮੂੜ। ਇਹਨਾਂ ਮੂਰਖ ਮਤ ਵਾਲਿਆਂ ਨੇ ਤਾਂ ਦੋਵੇਂ ਲੋਕਾਂ ਦੀ ਆਪਣੀ ਸੋਭਾ, ਆਪਣੀ ਸੁੰਦਰਤਾਈ ਹੀ ਵਿਗਾੜ ਕਰਕੇ ਰੱਖ ਲਈ ਹੈ। ਮੁੰਡਨ ਕਰਾਈ ਪੇਰ ਭਾਖਤੀ ਧਰਮ ਹੈ। ਪਹਿਲਾਂ ਰੋਮਾ ਦਾ ਕਤਲ ਕਰਵਾ ਕਰਕੇ ਫਿਰ ਕਹਿੰਦੇ ਨੇ ਜੀ ਅਸੀਂ ਤਾਂ ਇਹ ਬਹੁਤ ਵੱਡੇ ਧਰਮਾਤਮਾ ਬਣੇ ਹੋਏ ਆ। ਇਹ ਜਿਹੜੀ ਮੁੰਡਨ ਕਰਾਉਣ ਦੀ ਰਾਹ ਰੀਤੀ ਸਾਡੇ ਰਿਸ਼ੀਆਂ ਮੁਨੀਆਂ ਨੇ ਦੁਨੀਆ ਦੇ ਵਿੱਚ ਸ਼ੁਰੂ ਕੀਤੀ ਹੈ। ਚੌਪਈ ਇਹ ਕਿਮ ਹੋਈ ਕਰੋ ਬਤਾਵਨ। ਉਹ ਸਮੇਂ ਵਿਦਵਾਨ ਕਵੀ ਜਨ ਲਖਾਰੀ ਜਿੱਥੇ ਸਿਆਣੇ ਸਿਆਣੇ ਗੁਰ ਸਿੱਖ ਵੀ ਬੈਠੇ ਸਨ। ਆਪ ਪੰਥ ਮੈਂ ਕਰੇ ਰਖਾਵਨ। ਸੱਚੇ ਪਾਤਸ਼ਾਹ ਵੀ ਆਪਨੇ ਤਾਂ ਖਾਲਸੇ ਪੰਥ ਨੂੰ ਕਿਹੋ ਜੀ ਸੁੰਦਰ ਰਹਿਤ ਮਰਜ਼ਾਦਾ ਧਾਰਨ ਕਰਵਾਈ ਹੈ। ਸੁਣ ਸ਼੍ਰੀ ਕਲਗੀ ਧਰ ਤਿਸ ਕਾਲ। ਉਹ ਸਮੇਂ ਦਸ਼ਮੇਸ਼ ਪਿਤਾ ਨੇ ਜਦੋਂ ਇਹ ਪ੍ਰਸ਼ਨ ਆਪਣੇ ਗੁਰਸਿੱਖਾਂ ਦੇ ਪਾਸੋਂ ਸੁਣੇ ਸਨ। ਕਹਿਓ ਪ੍ਰਸੰਗ ਸਭਨ ਕੇ ਨਾਲ। ਜੋ ਹੈ ਬੜੇ ਪੁਰਾਤਨ ਸਮੇਂ ਦਾ ਪ੍ਰਸੰਗ ਵੀ ਜਿਵੇਂ ਖੋਟੀ ਰੋਹ ਦੀ ਰੀਤੀ ਦੇਖਾ ਦੇਖੀ ਆ ਸੰਸਾਰ ਦੇ ਵਿੱਚ ਆਰੰਭ ਹੋਈ ਹੈ। ਰਾਜ ਪਾਂਡਵਨ ਕੋ ਸ਼ੈ ਭਇਓ। ਸਤਿਗੁਰੂ ਜੀ ਕਹਿ ਲੱਗੇ ਵੀ ਜਦੋਂ ਪਾਂਡਵਾਂ ਦੇ ਰਾਜ ਭਾਗ ਦੀ ਸਮਾਪਤੀ ਹੋਈ ਸੀ, ਚਿਰੰਕਾਲ ਬਹਰੋ ਬਿਤ ਗਇਓ। ਉਸੇ ਤਰ੍ਹਾਂ ਕਾਫੀ ਟਾਈਮ ਜਦੋਂ ਬਤੀਤ ਹੋ ਗਿਆ ਸੀ। ਭੂਪ ਨੰਦ ਕੀ ਪੀਛਿਤ ਮਾਲਕ। ਉਹ ਧਰਤੀ ਦੇ ਉੱਪਰ ਇੱਕ ਬਹੁਤ ਵੱਡੇ ਤੇਜ ਪ੍ਰਤਾਪੀ ਨੰਦ ਨਾਮ ਦੇ ਰਾਜੇ ਪੈਦਾ ਹੋਏ ਸਨ। ਵਧਿਓ ਰਾਜ ਬਹੁ ਸਤਰਨ ਕਾਲਿਕ। ਇਹਨੇ ਆਪਣੇ ਬੈਰੀਆਂ ਦੁਸ਼ਮਣਾਂ ਨੂੰ ਜਿੱਤ ਕਰਕੇ ਆਪਣਾ ਬਹੁਤ ਵੱਡਾ ਰਾਜ ਭਾਗ ਚਾਰੇ ਦਿਸ਼ਾ ਦੇ ਵਿੱਚ ਵਧਾ ਲਿਆ ਸੀ। ਗਿਆਨੀ ਗਿਆਨ ਸਿੰਘ ਜੀ ਦੇ ਲਿਖਣ ਦੇ ਮੁਤਾਬਕ ਇਹ ਵੀ ਜਿਹੜਾ ਰਾਜਾ ਸ਼ੂਦਰਾਂ ਦੇ ਵਿੱਚੋਂ ਹੋਇਆ ਹੈ। ਛੀਨ ਲੀਨਾ ਭੂਪਤ ਸਮੁਦਾਈ। ਹੁਣ ਜੋ ਵੀ ਛੋਟੇ ਮੋਟੇ ਰਾਜੇ ਨੰਦ ਜਾਂਦੇ ਬਾਦਸ਼ਾਹ ਨੇ ਆਪਣੇ ਬਾਹੂਬਲ ਦੁਆਰਾ ਜਿੱਤ ਲਏ ਸਨ। ਫੇਰੀ ਸਭ ਜਗ ਆਪਨ ਦੁਹਾਈ। ਦੁਨੀਆ ਦੇ ਵਿੱਚ ਚਾਰੇ ਪਾਸੇ ਨੇ ਆਪਣੀ ਦੁਹਾਈ ਫੇਰ ਦਿੱਤੀ ਹੈ। ਚਾਰੋਂ ਵਰਨਾ ਚਲੇ ਅਨੁਸਾਰੀ। ਚਾਰੇ ਵਰਨਾਂ ਦੇ ਲੋਕ ਕੋਈ ਵੀ ਹੈ, ਬ੍ਰਾਹਮਣ ਹੈ, ਖੱਤਰੀ ਹੈ, ਸੂਦ ਹੈ, ਵੈਸ ਹੈ, ਇਸ ਨੰਦ ਨਾਮੇ ਰਾਜੇ ਦੀ ਆਗਿਆ ਦੇ ਵਿੱਚ ਚੱਲਣ ਲੱਗ ਪਏ ਸਨ। ਪਰਸਰਾਮ ਸਮ ਛਤਰੀ ਮਾਰੀ। ਇਹਨੇ ਵੀ ਪਰਸਰਾਮ ਰੋਵੈ ਕਰ ਆਇਆ ਜਦੋਂ ਦੇਖਦਾ ਅਭੀ ਜਿਹੜੇ ਬ੍ਰਾਹਮਣ ਇਹ ਤੋਂ ਪਹਿਲਾਂ ਦੇ ਸਮਾਨ ਆਪਣੇ ਹੱਥ ਦੇ ਵਿੱਚ ਠੂਠਾ ਫੜ ਕਰਕੇ ਮੰਗਦੇ ਕਈ ਦਫਾ ਮੈਂ ਇਹਨਾਂ ਨੂੰ ਉਹ ਧਰਤੀ ਦੇ ਮਾਲਕ ਵੀ ਬਣਾ ਦਿੱਤਾ, ਪਰ ਇਹਨਾਂ ਦੀ ਅਜੇ ਤੱਕ ਉਹ ਜਿਹੜੀ ਮੰਗਣ ਦੀ ਆਦਤ ਨਹੀਂ ਗਈ। 21 ਵਾਰ ਪਰਸਰਾਮ ਨੇ ਜਿਵੇਂ ਧਰਤੀ ਨੇਸ਼ ਤਰੈਣ ਵੀ ਕੋਈ ਵੀ ਆ ਜਿਹੜਾ ਖੱਤਰੀ ਜੋਧਾ ਸੂਰਮਾ ਜਿਉਂਦਾ ਨਹੀਂ ਸੀ ਰਹਿਣ ਦਿੱਤਾ। ਇਸੇ ਤਰ੍ਹਾਂ ਦਾ ਇਹ ਜਿਹੜਾ ਨੰਦ ਚੰਦ ਨਾਮ ਦਾ ਬਾਦਸ਼ਾਹ ਬੜਾ ਤੇਜ ਪ੍ਰਤਾਪ ਵਾਲਾ ਹੋਇਆ ਹੈ। 1,500 ਬਰਸ ਤੱਕ ਰਾਜੂ। ਇਹਨੇ 1500 ਸਾਲ ਨਿਰੰਤਰ ਧਰਤੀ ਦਾ ਰਾਜ ਭਾਗ ਕੀਤਾ ਸੀ। ਕਰਤ ਰਹੀ ਵੱਡ ਭਇਓ ਸਮਾਜੂ। ਬਹੁਤ ਵੱਡਾ
ਜਿਵੇਂ ਹੁੰਦਾ ਇਹਨਾਂ ਦਾ ਰਾਜ, ਅਸੀਂ ਠਾਠ ਬਾਠ ਵੱਡੇ ਵੱਡੇ ਕਿਲੇ ਬਣਾ ਲਏ, ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਚਤਰੰਗਿਨੀ ਸੈਨਾ ਵੀ ਇਹਨੇ ਬਹੁਤ ਜ਼ਿਆਦਾ ਵਧਾਇਆ ਲਈ ਹੈ। ਸੰਗਿਆ ਸਭਨ ਆਨੰਦ ਕੇ ਰਹੀ। ਅੱਗੇ ਤੋਂ ਅੱਗੇ ਇਹਨਾਂ ਦੀ ਸੰਗਿਆ ਨੰਦ ਨਾਮ ਕਰਕੇ ਚਾਰੇ ਪਾਸੇ ਬੜੀ ਮਸ਼ਹੂਰ ਹੋ ਗਈ ਸੀ। ਏਕ ਵਿਸਾਲ ਵਧਿਓ ਤਿਨ ਮਹੀ। ਉਹਨਾਂ ਦੇ ਵਿੱਚੋਂ ਫਿਰ ਇੱਕ ਬਹੁਤ ਵੱਡਾ ਜਿਹੜਾ ਤੇਜ ਪ੍ਰਤਾਪੀ ਰਾਜਾ ਹੋਇਆ ਸੀ। ਜੇ ਮਹੀਪ ਤਿਨ ਦੇਸ਼ ਨਿਕਾਰੀ। ਉਹਨਾਂ ਨੇ ਹੋਰ ਜਿਹੜੇ ਛੋਟੇ ਮੋਟੇ ਰਾਜੇ ਮਹਾਰਾਜੇ ਉਹਨਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਤਿਨ ਤੇ ਰਿਜੇ ਤਰਾਸ ਹਿਮਤਾਰੀ। ਪਰ ਉਹਨਾਂ ਤੋਂ ਇਹਦੇ ਮਨ ਦੇ ਵਿੱਚ ਬੜਾ ਡਰ, ਬੜਾ ਭੈ ਪੈਦਾ ਹੋ ਗਿਆ ਵੀ ਜਿਨ੍ਹਾਂ ਨੂੰ ਹੁਣ ਮੈਂ ਜ਼ਬਰਦਸਤੀ ਹਿੰਦੁਸਤਾਨ ਦੇ ਵਿੱਚੋਂ ਬਾਹਰ ਕੱਢ ਦਿੱਤਾ, ਕੋਈ ਪਤਾ ਨਹੀਂ ਇਹ ਇਕੱਠੇ ਹੋ ਕੇ ਗੁਪਤ ਤੌਰ 'ਤੇ ਬ੍ਰਾਹਮਣਾਂ ਦੇ ਪਾਸੋਂ ਜੇ ਕੋਈ ਹੋ ਜੀ ਬਰਣੀ ਕਰਾਉਣ ਲੱਗ ਪਏ, ਫਿਰ ਇਹਨਾਂ ਨੇ ਤਾਂ ਮੇਰਾ ਸਾਰਾ ਰਾਜ ਭਾਗ ਹੀ ਉਲਟਾ ਦੇਣਾ। ਗਿਆਨੀ ਗਿਆਨ ਸਿੰਘ ਜੀ ਨੇ ਵੀ ਇਹ ਵਾਰਤਾ ਲਿਖੀ ਹੈ ਵੀ ਇਹਨਾਂ ਰਾਜਿਆਂ ਨੇ ਸੋਚਿਆ ਵੀ ਹੋਰ ਤਾਂ ਸਾਡੇ ਕੋਲ ਕੋਈ ਉਪਾਅ ਯਤਨ ਹੋ ਨਹੀਂ ਸਕਣਾ। ਜਿਹੜੇ ਬ੍ਰਾਹਮਣ ਵੇਦਾਂ ਦੇ ਮੰਤਰਾਂ ਨੂੰ ਜਾਣਨ ਵਾਲੇ ਸੀ, ਗੁਪਤ ਤੌਰ 'ਤੇ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਬਰਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਖਬਰ ਹੈ ਨੰਦ ਨਾਮੇ ਰਾਜੇ ਦੇ ਪਾਸ ਪਹੁੰਚ ਗਈ ਵੀ ਇਹ ਤਾਂ ਤੇਰਾ ਰਾਜ ਭਾਗ ਉਲਟਾਉਣ ਲੱਗੇ ਹਨ। ਬਹੁਤ ਸਾਰੇ ਇਹੋ ਜਿਹੇ ਬ੍ਰਾਹਮਣਾਂ ਨੂੰ ਜਦੋਂ ਰਾਜੇ ਨੇ ਪਕੜ ਲਿਆ, ਸੋਚਿਆ ਵੀ ਇਹਨਾਂ ਨੂੰ ਤਾਂ ਮੈਂ ਹੁਣ ਮੌਤ ਦੀ ਸਜ਼ਾ ਦੇ ਦੇਣੀ ਹੈ। ਜਿਹੜੇ ਸੀ ਇਹਦੇ ਸਿਆਣੇ ਵਜ਼ੀਰ ਸਮਝਾਉ ਲੱਗੇ, ਰਾਜਨ ਦੇਖ, ਜੇ ਤੂੰ ਇਤਨਾ ਪੰਡਤਾਂ ਨੂੰ ਮਾਰ ਦਿੱਤਾ, ਇੱਕ ਤਾਂ ਤੈਨੂੰ ਬਹੁਤ ਵੱਡਾ ਜਿਹੜਾ ਬ੍ਰਹਮ ਹੱਤਿਆ ਦਾ ਪਾਪ ਲੱਗ ਜੂ, ਦੂਸਰੇ ਨੰਬਰ 'ਤੇ ਪ੍ਰਜਾ ਦੇ ਵਿੱਚ ਥਾਂ ਥਾਂ 'ਤੇ ਤੇਰਾ ਅਪਜਸ ਵੀ ਹੋਣ ਲੱਗ ਜਾਣਾ ਵੀ ਜਿਹਨੇ ਇਤਨੇ ਪੰਡਤਾਂ ਨੂੰ ਮਰਵਾ ਦਿੱਤਾ ਹੈ। ਉਹ ਕਹਿਣ ਲੱਗੇ ਵੀ ਇਉਂ ਕਰ, ਇਹਨਾਂ ਸਾਰਿਆਂ ਦੇ ਤੈਂ ਕੇਸ ਮਨਵਾ ਦੇਣੇ ਹਨ। ਜਦੋਂ ਇਹ ਸਰੀਰ ਦਾ ਅੰਗ ਭੰਗ ਹੋ ਗਿਆ, ਇਹਨਾਂ ਦੇ ਜਿਹੜੇ ਪੜ੍ਹੇ ਹੋਏ ਵੇਦ ਮੰਤਰ ਫੁਰਨੇ ਨਹੀਂ, ਕੋਈ ਵੀ ਇਹਨਾਂ ਦਾ ਜਿਹੜਾ ਬਰਨੀਆਂ ਦਾ ਬਲ ਨਹੀਂ ਚੱਲੂ। ਬਸ ਇੱਕ ਵਾਰੀ ਮਾੜੇ ਜਿਹਨਾਂ ਦੇ ਆ ਜਿਹੜੇ ਕੇਸ ਕਤਲ ਕਰਵਾ ਦੇ, ਇਹਨਾਂ ਦੇ ਵੇਦਾਂ ਦੇ ਮੰਤਰਾਂ ਦੀਆਂ ਜਿਹੜੀਆਂ ਸ਼ਕਤੀਆਂ ਤਾਕਤਾਂ ਨਾਲ ਦੀ ਨਾਲ ਖਤਮ ਹੋ ਜਾਣੀਆਂ ਹਨ। ਸੁਣ ਕਰਕੇ ਉਸ ਸਮੇਂ ਰਾਜੇ ਨੇ ਐਵੇਂ ਹੀ ਕੀਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬਾਹਮਣ ਬਰਣੀਆਂ ਕਰਦੇ ਇਹਨੇ ਫੜੇ ਸਨ, ਉਹਨਾਂ ਦੇ ਫਿਰ ਸਿਰਾਂ ਦੇ ਜਿਹੜੇ ਕੇਸ ਕਤਲ ਕਰਵਾ ਦਿੱਤੇ ਸਨ। ਵਿਪਰਨ ਤੀ ਬਰਨੀ ਕਰਵਾਈ। ਹੁਣ ਉਹੀ ਜਿਹੜੇ ਰਾਜੇ ਦੇਸ਼ ਦੇ ਵਿੱਚੋਂ ਕੱਢੇ ਹੋਏ ਬ੍ਰਾਹਮਣਾਂ ਦੇ ਕੋਲੋਂ ਥਾਂ ਥਾਂ 'ਤੇ ਆਪਣੀਆਂ ਬਰਨੀਆਂ ਕਰਵਾਉਣ ਲੱਗ ਪਏ ਸੀ। ਮੇਰੋ ਰਾਜ ਦੇਹ ਬਿਨਸਾਈ। ਇਹਨੂੰ ਵੀ ਖਬਰ ਮਿਲ ਗਈ ਵੀ ਤਾਂ ਤੇਰਾ ਰਾਜ ਭਾਗ ਉਲਟਾਉਣ ਲੱਗੇ ਹਨ। ਦੁਰ ਦੁਰ ਮੰਤਰ ਜਾਪ ਦਿਜ ਕਰੈ। ਇਹ ਜਿਹੜੇ ਬ੍ਰਾਹਮਣ ਵੇਦਾਂ ਦੇ ਮੰਤਰਾਂ ਨੂੰ ਸਿੱਧ ਕਰਨ ਵਾਲੇ ਦੌਰ ਦੌਰ ਲੋਕ ਕਰਕੇ ਇਹਨਾਂ ਨੇ ਫਿਰ ਆਪਣੀਆਂ ਬਹੁਤ ਸਾਰੀਆਂ ਬਰਨੀਆਂ ਆਰੰਭ ਕਰ ਦਿੱਤੀਆਂ ਸਨ। ਮੋਤੇ ਰਾਜ ਤੇਜ ਸਭ ਹਰੈ। ਸੋਚਿਆ ਵੀ ਜਿਨ੍ਹਾਂ ਦੀਆਂ ਬਰਨੀਆਂ ਸਿੱਧ ਹੋ ਗਈਆਂ, ਆ ਮੇਰਾ ਤਾਂ ਸਾਰਾ ਹੀ ਰਾਜ ਭਾਗ ਦਾ ਤੇਜ
ਖਤਮ ਹੋ ਜਾਣਾ ਹੈ। ਕਰੀ ਇਕੱਤਰ ਸਚਬ ਨਿਜ ਸਾਰੀ। ਉਸ ਵਕਤ ਸਿਆਣੇ ਸਿਆਣੇ ਵਜ਼ੀਰਾਂ ਨੇ ਰਾਜੇ ਨੂੰ ਪਹਿਲਾਂ ਹੀ ਇਹ ਜਿਹੜੀ ਵਾਰਤਾ ਸਮਝਾ ਦਿੱਤੀ ਵੀ ਬ੍ਰਾਹਮਣਾਂ ਨੂੰ ਮਾਰੇਗਾ ਇਹ ਤਾਂ ਤੈਨੂੰ ਬਹੁਤ ਵੱਡੀ ਬ੍ਰਹਮ ਹੱਤਿਆ ਦਾ ਪਾਪ ਲੱਗ ਜਾਣਾ ਹੈ। ਆਪਨੋ ਤਰਾਸ ਸੁਨਾਏ ਉਚਾਰੀ। ਉਸ ਵਕਤ ਨੰਦ ਨਾਮੇ ਰਾਜੇ ਨੇ ਬੜਾ ਇਹਨਾਂ ਪੰਡਤਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਸੀ। ਮਿਲ ਸਭਨ ਮਸਲਤ ਮਤ ਧਾਰੀ। ਜਿਵੇਂ ਜਿਵੇਂ ਇਹਨਾਂ ਨੇ ਰਲ ਮਿਲ ਕਰਕੇ ਉਹ ਜੀਆਂ ਸਲਾਹ ਕੀਤੀਆਂ ਸਨ। ਮੰਤਰ ਸਿੱਧ ਨਹਿ ਹੋਏ ਵਿਚਾਰੀ। ਵਿਚਾਰ ਦਸੀ ਕੀ ਨੇ ਸਿਆਣੇ ਮੰਤਰੀਆਂ ਨੇ ਵੀ ਮਾੜੇ ਜਿਹਨਾਂ ਦੇ ਉਹ ਸਿਰ ਦੇ ਜਿਹੜੇ ਕੇਸ ਕਤਲ ਕਰਵਾ ਦੇ ਤਾਂ ਸੌਖੀ ਢੰਗ ਹੈ। ਫਿਰ ਇਹਨਾਂ ਦਾ ਕੋਈ ਵੀ ਪੜ੍ਹਿਆ ਹੋਇਆ ਮੰਤਰ ਨਹੀਂ ਫੁਰੇਗਾ। ਦਿਜਵਰ ਵਿਦਿਆ ਜਿਤ ਕਪਰ ਬੀਨਾ। ਹੁਣ ਜਿਹੜੇ ਵੀ ਪੰਡਤ ਬੜੀ ਵਿਦਿਆ ਸੰਸਕ੍ਰਿਤ ਜਾਂ ਫਿਰ ਵੇਦਾਂ ਦੇ ਮੰਤਰ ਜਿਨ੍ਹਾਂ ਨੇ ਪੜ੍ਹੇ ਹੋਏ ਸਨ। ਸਭ ਕੋ ਕੀਜ ਹੈ ਕੇਸ ਬਹੀਨਾ। ਸੌਖਾ ਜਿਹਾ ਢੰਗ ਵਜ਼ੀਰਾਂ ਨੇ ਸਮਝਾਤਾ ਨੰਦ ਨਾਮੇ ਰਾਜੇ ਨੂੰ ਵੀ ਕੋਈ ਖੇਚਲ ਨਹੀਂ, ਬਸ ਲਾਲਚ ਦੇ ਕੇ ਜਦੋਂ ਇਹਨਾਂ ਦੇ ਇੱਕ ਵਾਰੀ ਆਪਾਂ ਨੇ ਰੋਮ ਕਤਲ ਕਰਵਾ ਦੇਣੇ ਹਨ। ਸੋਦਰ ਛਾਪ ਆਪਣੀ ਦੇਹ ਲਾਈ। ਕਹਿ ਲੱਗੇ ਇਹਨਾਂ ਦੇ ਸਿਰਾਂ ਤੇ ਆਪਣੇ ਅਸੂਦਰਾਂ ਦੀ ਜਿਹੜੀ ਨਾ ਛਾਪ ਲਗਾ ਦੇਣੀ ਹੈ। ਮੁੰਡੇ ਸੀਸ ਮੰਤਰ ਨਿਫਲਾਈ। ਬਸ ਇੱਕ ਵਾਰੀ ਕੇਸ ਕੱਟੇ ਗਏ। ਇਹਨਾਂ ਦੇ ਸਾਰੇ ਪੜ੍ਹੇ ਹੋਏ ਵੇਦਾਂ ਦੇ ਮੰਤਰ ਵਿਅਰਥ ਚਲੇ ਜਾਣੇ ਹਨ। ਵਰਨੀ ਸਿੱਧ ਨਾ ਕਿਸ ਕੀ ਹੋਈ। ਕਿਸੇ ਵੀ ਬ੍ਰਾਹਮਣ ਦੇਵਤੇ ਦੀ ਵਰਨੀ ਇਹ ਸਿੱਧ ਨਹੀਂ ਹੋਣੀ ਹੈ। ਅਨਕ ਪਾਈ ਕਰਹਿ ਜੇ ਕੋਈ। ਭਾਵੇਂ ਕੋਈ ਜਿਤਨੇ ਮਰਜੀ ਉਪਾਅ ਯਤਨ ਕਰੀ ਜਾਵੇ ਲੋਕ ਕਰਕੇ ਤਾਂ ਵੀ ਇਹਨਾਂ ਦੇ ਪੜ੍ਹੇ ਹੋਏ ਮੰਤਰ ਕੀਤੀਆਂ ਹੋਈਆਂ ਵਰਨੀਆਂ ਕੋਈ ਵੀ ਸਿੱਧ ਨਹੀਂ ਹੋਣੀਆਂ ਹਨ। ਸੁਨ ਮਹਿਪਤ ਕੀ ਮਨ ਮਹਿ ਭਾਈ। ਸੁਣ ਕਰਕੇ ਇਹ ਰਾਜੇ ਦੇ ਮਨ ਦੇ ਵਿੱਚ ਵੀ ਇਹ ਗੱਲ ਚੰਗੀ ਲੱਗੀ ਵੀ ਤਾਂ ਬਹੁਤ ਸੌਖਾ ਜਾਈ ਉਪਾਅ ਯਤਨ ਨਾ ਵਜ਼ੀਰਾਂ ਨੇ ਮੈਨੂੰ ਦੱਸ ਦਿੱਤਾ ਹੈ। ਜਹ ਕਹਤੇ ਦਿਜ ਲੀਏ ਬੁਲਾਈ। ਜਿੱਥੇ ਕਿਤੇ ਵੀ ਇਹਨੂੰ ਪਤਾ ਲੱਗਿਆ ਵੀ ਫਲਾਣੇ ਨਗਰ ਜਾਂ ਫਲਾਣੇ ਸ਼ਹਿਰ ਦੇ ਵਿੱਚ ਕੋਈ ਇਹੋ ਜਿਹਾ ਬਹੁਤ ਵੇਦਾਂ ਦੇ ਮੰਤਰਾਂ ਨੂੰ ਸਿੱਧ ਕਰਨ ਵਾਲਾ ਪੰਡਤ ਰਹਿੰਦਾ ਹੈ। ਨਿਜ ਬਲ ਕਰਕੇ ਸਿਰ ਮੁੰਡਵਾਈ। ਹੁਣ ਇਹਦੇ ਹੱਥ ਦੇ ਵਿੱਚ ਬੜੀ ਤਾਕਤ ਹੈ, ਬੜਾ ਬਲ ਹੈ। ਧੱਕੇ ਦੇ ਨਾਲ ਹੀ ਇਹਨਾਂ ਬ੍ਰਾਹਮਣਾਂ ਦੇ ਪੰਡਤਾਂ ਦੇ ਸਿਰ ਮਨਵਾ ਦਿੱਤੇ ਸਨ। ਸ਼ਮਸ਼ਾ ਸਮੇਤ ਕੇਸ ਬਿਨ ਸਾਈ। ਐਸੇ ਤਰ੍ਹਾਂ ਦਾੜੀ ਵੀ ਔਰ ਮੁੱਛਾਂ ਵੀ ਇਹਨਾਂ ਦੀਆਂ ਕੌਣ ਮੌਨ ਕਰ ਦਿੱਤੀਆਂ ਹਨ। ਕਬੀਨ ਤੀ ਸ਼ਲੋਕ ਬਨਵਾਈ। ਫਿਰ ਜਿਹੜੇ ਸੀ ਬਹੁਤ ਹੀ ਸਿਆਣੇ ਕਵੀ ਪੰਡਤ ਵਿਦਵਾਨ ਉਹਨਾਂ ਨੂੰ ਮਾਇਆ ਦਾ ਦੇ ਕਰਕੇ ਬੜਾ ਲਾਲਚ ਇਹੋ ਜਿਹੇ ਸ਼ਲੋਕ ਵੀ ਬਣਵਾ ਕਰਕੇ ਵੇਦਾਂ ਔਰ ਸੁਰਤੀਆਂ ਦੇ ਵਿੱਚ ਲਿਖਵਾ ਦਿੱਤੇ ਵੀ ਆਉਣ ਵਾਲੀ ਪੀੜ੍ਹੀ ਜਦੋਂ ਪੜ੍ਹੂ ਉਹਨਾਂ ਨੂੰ ਪਤਾ ਲੱਗ ਜੂ ਵੀ ਰਿਸ਼ੀਆਂ ਮੁਨੀਆਂ ਨੇ ਤਾਂ ਇਹ ਪਹਿਲਾਂ ਹੀ ਇਹੋ ਜਿਹੇ ਸ਼ਲੋਕ ਬਣਾ ਕਰਕੇ ਵੇਦਾਂ ਔਰ ਸੁਰਤੀਆਂ ਦੇ ਵਿੱਚ ਲਿਖੇ ਹੋਏ ਹਨ। ਬਹੁ ਗ੍ਰੰਥਨ ਮਹਿ ਦਈ ਲਿਖਾਈ। ਉਹਨੇ ਫਿਰ ਸਿਆਣੇ ਸਿਆਣੇ ਵਿਦਵਾਨ ਬ੍ਰਾਹਮਣਾਂ ਨੂੰ ਪ੍ਰੇਰ ਕਰਕੇ ਹੋ ਜੇ ਸ਼ਲੋਕ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਵਾ ਦਿੱਤੇ ਸੀ। ਸਭ ਜਗ ਮੁੰਡਤ ਭਏ ਵਿਪਰ ਜਬ। ਹੁਣ ਜਦੋਂ ਸਮਾਜ ਦੇ ਬਹੁਤ ਵੱਡੇ ਆਗੂ ਬਣੇ ਹੋਏ ਬ੍ਰਾਹਮਣ ਪੰਡਤ ਹੀ ਆਪ ਇਹ ਸਿਰ ਮਨਮਾਉਣ ਲੱਗ ਪਏ ਸਨ। ਇਹ ਪੀ ਧਰਮ ਬਖਾਨਤ ਭੇ ਤਬ। ਇਹਨਾਂ ਨੇ ਇਹ ਜਿਹੜੀ ਹਕੀਕਤ ਹੈ ਵਾਰਤਾ ਧਰਮ ਦੇ ਵਿੱਚ ਬਦਲ ਦਿੱਤੀ ਵੀ ਆਹ ਮੰਡਣ ਕਰਵਾਉਣਾ ਇਹ ਤਾਂ ਆਪਣਾ ਬਹੁਤ ਵੱਡਾ ਅਨਾਦੀ ਕਾਲ ਤੋਂ
ਧਰਮ ਚਲਿਆ ਆਉਂਦਾ ਹੈ। ਪਠਹਿ ਸਲੋਕ ਸੁਨਾਵਨ ਕਰੀ। ਜਿਹੜੇ ਜਿਹੜੇ ਸ਼ਲੋਕ ਇਹਨਾਂ ਨੇ ਰਚੇ ਉਹ ਫਿਰ ਅੱਗੇ ਲੋਕਾਂ ਨੂੰ ਪੜ੍ਹ ਪੜ੍ਹ ਕਰਕੇ ਵੀ ਸੁਣਾਉਣ ਲੱਗ ਪਏ ਸੀ। ਛਤਰੀ ਬੈਸਨ ਕੀ ਕਚ ਹਰੀ। ਚਾਹੇ ਕੋਈ ਬ੍ਰਾਹਮਣ ਹੈ, ਖੱਤਰੀ ਹੈ, ਸੂਦ ਹੈ, ਵੈਸ, ਸਾਰਿਆਂ ਦੇ ਇਹਨਾਂ ਨੇ ਜਿਹੜੇ ਕੇਸ ਕਤਲ ਕਰਵਾ ਦਿੱਤੇ ਸਨ। ਸਕਲ ਲੋਕ ਹੈ ਪਸ਼ੂ ਸਮਾਨੀ। ਜਿਹੜੇ ਭੋਲੇ ਭਾਲੇ ਲੋਕ ਇਹਨਾਂ ਨੂੰ ਤਾਂ ਫਿਰ ਬ੍ਰਾਹਮਣਾਂ ਨੇ ਪਸ਼ੂਆਂ ਦੇ ਸਮਾਨ ਮਨ ਦੇ ਵਿੱਚ ਸਮਝਿਆ ਹੋਇਆ ਸੀ। ਵਿਪਰ ਚੁਗਾਵਨ ਹਾਰ ਮਹਾਨੀ। ਜਿਹੜੇ ਉਸ ਸਮੇਂ ਦੇ ਬ੍ਰਾਹਮਣ ਧਰਮ ਦੇ ਆਗੂ ਆਪਣੇ ਆਪ ਨੂੰ ਕਹਾਉਣ ਵਾਲੇ, ਉਹ ਫਿਰ ਇਹਨਾਂ ਭੋਲੇ ਭਾਲੇ ਲੋਕਾਂ ਨੂੰ ਪ੍ਰੇਰਨ ਦੇ ਲਈ ਚਰਵਾਹਿਆਂ ਦੇ ਸਮਾਨ ਬਣ ਗਏ ਸੀ। ਜਿਵੇਂ ਕੋਈ ਬਹੁਤ ਵੱਡਾ ਡੰਗਰ ਪਸ਼ੂਆਂ ਦਾ ਹੋਵੇ ਬੱਗ, ਉਹਨੂੰ ਤਾਂ ਫਿਰ 2-4 ਜਣੇ ਲੈ ਕਰਕੇ ਸੋਟਾ ਸੰਭਾਲ ਲੈਂਦੇ ਹਨ। ਜਿੱਧਰ ਵੀ ਸੋਟਾ ਲੈ ਕਰਕੇ ਪਸ਼ੂਆਂ ਨੂੰ ਪ੍ਰੇਰਨ ਉਸ ਦਿਸ਼ਾ ਦੇ ਵੱਲ ਹੀ ਬਹੁਤ ਵੱਡੇ ਬੱਗ ਨੇ ਚੱਲ ਪੈਣਾ ਵੀ ਇਹ ਜਿਹੜੇ ਸਮਾਜ ਦੇ ਵਿੱਚ ਮਾਣ ਹੈ, ਸਤਿਕਾਰ ਹੈ, ਬ੍ਰਾਹਮਣ ਲੋਕ ਉਸ ਸਮੇਂ ਭੋਲੇ ਭਾਲੇ ਲੋਕਾਂ ਦੇ ਲਈ ਚਰਵਾਹਿਆਂ ਦੇ ਸਮਾਨ ਬਣ ਗਏ ਸਨ। ਪਠਨ ਸਲੋਕ ਲਸ਼ਟਿਕਾ ਹਤੈ। ਵੀ ਜਿਹੜੇ ਵੇਦਾਂ ਸ਼ਾਸਤਰਾਂ ਦੇ ਵਿੱਚ ਸ਼ਲੋਕ ਪੜ੍ਹਨੇ, ਇਹ ਮਾਨੋ ਇਹਨਾਂ ਨੇ ਹੱਥ ਦੇ ਵਿੱਚ ਇੱਕ ਸੋਟਾ ਪਕੜਿਆ ਹੋਇਆ ਸੀ। ਜਿਤ ਕੋ ਚਾਹੈ ਚਲਾਵੈ ਤਿਤੈ। ਜਿੱਧਰ ਭੋਲੇ ਭਾਲੇ ਲੋਕਾਂ ਨੂੰ ਚਲਾਉਣਾ ਚਾਹੁੰਦੇ ਸੀ ਉਸ ਦਿਸ਼ਾ ਦੇ ਵੱਲ ਹੀ ਬ੍ਰਾਹਮਣਾਂ ਨੇ ਤੁਰ ਲਿਆ ਸੀ। ਵਿਪਰ ਨੇ ਆਪਣੇ ਸਿਰ ਮੁੰਡਵਾਈ। ਪਹਿਲਾਂ ਇਹਨਾਂ ਬ੍ਰਾਹਮਣਾਂ ਵੇਦ ਪਾਠੀਆਂ ਨੇ ਆਪਣੇ ਜਿਹੜੇ ਸਿਰ ਮਨਵਾ ਲਏ ਸਨ। ਅਪਰ ਲੋਕ ਮਗ ਇਸੀ ਚਲਾਈ। ਉਹਨਾਂ ਜਿਹੜੇ ਸਿੱਧੇ ਸਾਧੇ ਆਮ ਪਬਲਿਕ ਦੇ ਲੋਕ, ਉਹਨਾਂ ਨੂੰ ਵੀ ਇਹਨਾਂ ਨੇ ਫਿਰ ਇਸੇ ਰਸਤੇ ਹੀ ਪਾ ਦਿੱਤਾ ਸੀ। ਜਗਤ ਝੂਠ ਕਹੋ ਅੰਗੀਕਾਰਾ। ਦੂਜਾ ਨੰਬਰ ਤੇ ਆ ਜਿਹੜਾ ਤੰਬਾਕੂ, ਜਗਤ ਝੂਠ, ਇਹਦੇ ਪਰਥਾਏ ਵੀ ਬਹੁਤ ਸਾਰੇ ਜਿਹੜੇ ਸ਼ਲੋਕ ਸ਼ਾਸਤਰਾਂ ਦੇ ਵਿੱਚ ਰਿਸ਼ੀਆਂ ਮੁਨੀਆਂ ਨੇ ਲੈ ਕਰਕੇ ਪਾਏ ਹੋਏ ਹਨ। ਕਈ ਪੁਰਾਣਾਂ ਦੇ ਵਿੱਚ ਇਸ ਦੀ ਬਹੁਤ ਜ਼ਿਆਦਾ ਨਖੇਦੀ ਵੀ ਕੀਤੀ ਹੋਈ ਹੈ। ਔਰ ਮੁੰਡਾ ਨਾ ਕਰਵਾਉਣਾ, ਜਗਤ ਝੂਠ ਦੇ ਬਾਰੇ ਵੀ ਬਹੁਤ ਸਾਰੇ ਸ਼ਲੋਕ ਇਹਨਾਂ ਨੇ ਪਰ ਲੈ ਕਰਕੇ ਪਾ ਦਿੱਤੇ ਸਨ। ਸੀਸ ਮੁੰਡਾਬਨ ਪੰਥ ਬਿਥਾਰਾ। ਸਿਰ ਮਨਾਉਣ ਦਾ ਇੱਕ ਬਹੁਤ ਵੱਡਾ ਇਹਨਾਂ ਨੇ ਆਪਣੇ ਧਰਮੀ ਦੁਨੀਆ ਦੇ ਵਿੱਚ ਤੋਰ ਦਿੱਤਾ ਸੀ। ਇਨ ਦੋਨੋਂ ਤੀ ਕਲ ਕੋ ਕਲ। ਇਹਨਾਂ ਦੋਨਾਂ ਬਹੁਤ ਵੱਡੀਆਂ ਭਿਆਨਕ ਬੁਰਾਈਆਂ ਦੇ ਕਾਰਨ ਕਲਯੁਗ ਨੇ ਬੜਾ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ ਸੀ। ਜਹ ਕਹਿ ਦੀਖਤ ਭਇਓ ਵਿਸਾਲਾ। ਉਹ ਦੋਵੇਂ ਤਰ੍ਹਾਂ ਦੀਆਂ ਬਹੁਤ ਵੱਡੀਆਂ ਭਿਆਨਕ ਜਿਹੜੀਆਂ ਬੁਰਾਈਆਂ ਇਹਦਾ ਫਿਰ ਧਰਤੀ ਦੇ ਚਾਰੇ ਦਿਸ਼ਾ ਦੇ ਵਿੱਚ ਹੀ ਫੈਲ ਚੁੱਕ ਗਈਆਂ ਹਨ। ਦੋਹਰਾ ਸੁਨ ਸੰਗਤ ਅਰ ਖਾਲਸਾ ਤਾਂ ਦਿਨ ਤੇ ਅਸਰੀਤ। ਉਸ ਸਮੇਂ ਸਤਿਗੁਰੂ ਜੀ ਕਹਿ ਲੱਗੇ ਖਾਲਸਾ ਜੀ ਕੈਸ ਮਨਾਉਣ ਦੀ ਜਿਹੜੀ ਰੌ ਰੀਤੀ ਉਸ ਸਮੇਂ ਤੋਂ ਜਾਂ ਹਿੰਦੁਸਤਾਨ ਦੇ ਲੋਕਾਂ 'ਚ ਚਾਰੇ ਪਾਸੇ ਫੈਲ ਗਈ ਸੀ। ਜਗਤ ਵਿਖੈ ਦਿਨ ਪ੍ਰਤ ਵਧੀ ਕਲੂ ਕੀਨ ਵਿਪਰੀਤ। ਕਲਯੁਗ ਨੇ ਜਦੋਂ ਲੋਕਾਂ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ, ਇਹ ਦਿਨ ਪਰ ਦਿਨ ਬੜੇ ਬਰਿਆਈ ਹੋਣ ਵੱਧਦੀ ਵੀ ਜਾ ਰਹੀ ਹੈ। ਮਹਿਪਤ ਦੀਨੋ ਦੰਡ ਜੋ ਸੋ ਅਬ ਧਰਮ ਸਥਾਪ। ਜਿਹੜਾ ਇੱਕ ਨੰਦ ਨਾਮੇ ਰਾਜੇ ਨੇ ਬ੍ਰਾਹਮਣ ਲੋਕਾਂ ਨੂੰ ਦਿੱਤਾ ਸੀ ਆਪਣੇ ਵੱਲੋਂ ਦੰਡ ਸਜ਼ਾ ਵੀ ਕਿਤੇ ਮੇਰਾ ਰਾਜ ਭਾਗ ਹੀ ਨਾ ਭਸਮ ਕਰ ਦੇਣ, ਪਰ ਉਹਨੂੰ ਇਹਨਾਂ ਨੇ ਆਪਣੇ ਇੱਕ ਬਹੁਤ ਵੱਡਾ ਧਰਮੀ
ਮਨ ਦੇ ਵਿੱਚ ਸਮਝ ਲਿਆ। ਜਾਗਰਤ ਜੁਗਤ ਅਨੇਕ ਤੇ ਬਨੇ ਚਹਿ ਸੱਚ ਆਪ। ਆਪਣੇ ਆਪ ਨੂੰ ਸੱਚਾ ਦਿਖਾਉਣ ਦੇ ਲਈ ਜਿਹੜੇ ਵਿਦਵਾਨ ਬ੍ਰਾਹਮਣ ਬੜੇ ਹੋ ਜੇ, ਸੁਰਤੀਆਂ ਦੇ ਜਿਹੜੇ ਸ਼ਲੋਕ ਸੁਣਾ ਕਰਕੇ ਲੋਕਾਂ ਦੇ ਨਾਲ ਵੀ ਬੜਾ ਲੜਾਈ ਝਗੜਾ ਕਰਦੇ ਹੀ ਰਹਿੰਦੇ ਹਨ। ਚੋਰ ਠੱਗਨ ਕੇ ਕਾਰਨੇ ਬੰਧਨ ਸੰਗਲ ਕੀਨ। ਜਿਵੇਂ ਚੋਰਾਂ ਨੂੰ ਠੱਗਾਂ ਨੂੰ ਬੰਨਣ ਦੇ ਲਈ ਇਹ ਰਾਜੇ ਮਹਾਰਾਜੇ ਵੱਡੇ ਵੱਡੇ ਸੰਗਲ ਬਣਾਇਆ ਕਰਦੇ ਨੇ ਵੀ ਜੇ ਕੋਈ ਚੋਰੀ ਕਰਦਾ ਪਕੜਿਆ ਗਿਆ ਉਹਨੂੰ ਫਿਰ ਸੰਗਲਾਂ ਦੇ ਨਾਲ ਬੰਨ ਲੈਣਾ ਹੈ। ਵਿਦ ਨਿਖੇਦ ਸੁਰਪੁਰ ਨਰਕ ਜਗ ਲੋਗਨ ਕਹ ਦੀਨ। ਇਸੇ ਤਰ੍ਹਾਂ ਬ੍ਰਾਹਮਣਾਂ ਨੇ ਵਿਦਨ ਖੇਤ ਇਹੋ ਜਿਹੇ ਕਰਮ ਦੁਨੀਆ ਦੇ ਵਿੱਚ ਸ਼ੁਰੂ ਕਰਕੇ ਲੋਕਾਂ ਦੇ ਗਲਾਂ ਦੇ ਵਿੱਚ ਵੀ ਜੇ ਆਹ ਕਰਮ ਕਰੇਗਾ ਤੈਨੂੰ ਸੁਰਗ ਮਿਲੂ, ਆ ਮਾੜਾ ਭੈੜਾ ਕੋਈ ਕਰਮ ਹੋ ਗਿਆ ਇਹਦੇ ਨਾਲ ਤੈਨੂੰ ਫਿਰ ਨਰਕਾਂ ਦੀ ਸਜ਼ਾ ਭੁਗਤਣੀ ਪੈਣੀ ਹੈ। ਆ ਨਰਕ ਹੈ, ਸੁਰਗ ਹੈ, ਇਹੋ ਜਿਹੇ ਸੰਗਲ ਇਹਨਾਂ ਨੇ ਫਿਰ ਭੋਲੇ ਭਾਲੇ ਲੋਕਾਂ ਦੇ ਮਨ ਦੇ ਵਿੱਚ ਪਾ ਦਿੱਤੇ ਹਨ। ਸੰਤ ਭਗਤ ਭਗਵੰਤ ਕੀ ਇਨ ਪਰ ਧੁੰਦ ਨਾ ਜੋਈ। ਪਰ ਜਿਹੜੇ ਨੇ ਰੱਬ ਦੇ ਪਿਆਰੇ ਸਾਧੂ ਮਹਾਤਮਾ ਕਬੀਰ ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ। ਭਗਤ ਕਬੀਰ ਜੀ ਨੇ ਵੀ ਇਹ ਬਚਨ ਕਹਿ ਦਿੱਤੇ ਹਨ। ਜਿਹੜੇ ਨੇ ਪੂਰਨ ਮਹਾਂਪੁਰਖ ਸੁਰਗ ਬਾਸਨਾ ਬਾਛੀ ਹੈ ਡਰੀਆਂ ਨਾ ਨਰਕ ਨਿਵਾਸ। ਉਹ ਫਿਰ ਸੁਰਗਾ ਔਰ ਨਰਕਾਂ ਤੋਂ ਸਦਾ ਵਾਸਤੇ ਪਰੇ ਹੋ ਜਾਂਦੇ ਹਨ। ਜਥਾ ਮੁਸਾਹਿਬ ਭੂਪ ਕੀ ਨਹਿ ਅਟਕਹਿ ਕਿਤ ਕੋਈ। ਉਹ ਜਿਵੇਂ ਇੰਡੀਆ ਦੇ ਜਿਹੜੇ ਪ੍ਰਧਾਨ ਮੰਤਰੀ ਦਾ ਕੋਈ ਹੈ ਬਹੁਤ ਵੱਡਾ ਮੁਸਾਹਿਬ, ਜਿਹਨੂੰ ਆਮ ਤੌਰ 'ਤੇ ਪੀਏ ਵੀ ਕਹਿ ਦਿੰਦੇ ਨੇ। ਜੇ ਹੁਣ ਉਹ ਕਿਸੇ ਮਾੜੇ ਮੋਟੇ ਆਫਿਸਰ ਦਾ ਪਾਸ ਜਾਊ ਦੇ ਕਰਕੇ ਵਿਚਾਰੇ ਪਹਿਲਾਂ ਹੀ ਡਰਨ ਲੱਗ ਜਾਂਦੇ ਨੇ ਵੀ ਤਾਂ ਇੰਡੀਆ ਦੇ ਪ੍ਰਧਾਨ ਮੰਤਰੀ ਦਾ ਇਹ ਬਾਡੀਗਾਰਡ ਹੈ। ਇਸੇ ਤਰ੍ਹਾਂ ਜਿਹੜੇ ਨੇ ਰੱਬ ਦੇ ਪਿਆਰੇ ਮਹਾਂਪੁਰਖ ਇਹ ਵੀ ਉਸ ਭਗਵਾਨ ਦੇ ਬਹੁਤ ਵੱਡੇ ਆਫਿਸਰਾਂ ਦੇ ਸਮਾਨ ਹੋਇਆ ਕਰਦੇ ਹਨ। ਜਿਨ ਜਾਣਿਆ ਤਿਨ ਜਾਣਿਆ ਬਹੁਤਾ ਕਿਆ ਬਕਵਾਦ। ਉਹਨਾਂ ਨੂੰ ਫਿਰ ਨਾ ਕਦੇ ਨਰਕਾਂ ਦਾ ਨਾ ਕੋਈ ਸੁਰਗਾਂ ਦਾ ਮਨ ਦੇ ਵਿੱਚ ਖਿਆਲ ਨਹੀਂ ਹੁੰਦਾ ਵੀ ਜਿਨ੍ਹਾਂ ਨੇ ਉਪਦੇਸ਼ ਤੇ ਕਮਾਈ ਕਰਦਿਆਂ ਇਸ ਹਕੀਕਤ ਨੂੰ ਜਾਣਿਆ ਤੇ ਉਹ ਫਿਰ ਇਸ ਸੱਚਾਈ ਨੂੰ ਆਪਣੇ ਮਨ ਦੇ ਅੰਦਰ ਅਨੁਭਵ ਕਰ ਲੈਂਦੇ ਹਨ। ਕਰਨੀ ਵਾਲਾ ਤਰ ਗਿਆ ਡੂਬਾ ਬਕਹਿ ਜੋ ਬਾਦ। ਜਿਹੜੇ ਐਵੇਂ ਹੀ ਬਕਵਾਦ ਜ਼ਬਾਨ ਤੋਂ ਕਰਦੇ ਰਹਿੰਦੇ ਨੇ ਉਹਨਾਂ ਨੇ ਤਾਂ ਡੁੱਬੀ ਜਾਣਾ। ਪਰ ਜਿਹੜੇ ਨੇ ਜਗਿਆਸੂ ਬੜੀ ਕਮਾਈ ਕਰਨ ਵਾਲੇ ਉਹ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਹਨ। ਸਗਲ ਈਸਤਾ ਗਿਆਨ ਕੀ ਭਗਤ ਰਾਜ ਕੀ ਮੰਡ। ਜੋ ਗਿਆਨ ਦੀ ਪ੍ਰਾਪਤੀ ਔਰ ਈਸ਼ਵਰ ਦੀ ਇਹ ਸਰਬੱਗਤਾ ਪ੍ਰਾਪਤ ਹੋਣੀ ਇਹ ਜਿਹੜੀਆਂ ਸਾਰੀਆਂ ਵਸਤੂਆਂ ਇੱਕ ਭਗਤੀ ਦਾ ਹੀ ਅਧੀਨ ਕਥਨ ਕੀਤੀਆਂ ਹਨ। ਭਗਤੀ ਤੋਖ ਦਾ ਦੀਨ ਕਿਰਪਾਲਾ ਗੁਣੇ ਨਾ ਕਿਤੇ ਭਿੱਗਾ ਏ। ਭਗਤੀ ਕਰਦਿਆਂ ਤੇ ਜਿਹੜੇ ਨੇ ਜਗਿਆਸੂ ਸਾਧਕ ਗੁਰਮੁਖ ਉਹ ਫਿਰ ਭਗਵਾਨ ਦੇ ਵਿੱਚ ਇੱਕਮਿਕ ਵੀ ਹੋ ਜਾਂਦੇ ਹਨ। ਭਗਤੀ ਤੋਖ ਦਾ ਦੀਨ ਕਿਰਪਾਲਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੁਸ਼ੀ ਕਿਵੇਂ ਹੁੰਦੀ ਹੈ? ਪ੍ਰੇਮਾ ਭਗਤੀ ਦੁਆਰਾ। ਗੁਣ ਨਾ ਕਿਤੇ ਭਿੱਗਾ ਹੈ। ਗੁਣ ਪ੍ਰਾਣੀ ਜਿਤਨੇ ਮਰਜੀ ਮਨ ਦੇ ਅੰਦਰ ਧਾਰਨ ਕਰੀ ਜਾਏ ਕਦੇ ਵੀ ਉਹ ਜਿਹੜਾ ਪ੍ਰਭੂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ। ਭਗਤੀ ਕਰਦਿਆਂ
ਜਿਹੜੇ ਨੇ ਧਰੂ ਵਰਗੇ, ਉਹਨਾਂ ਨੇ ਵੀ ਅਟਲ ਪਦਵੀਆਂ ਪ੍ਰਾਪਤ ਕੀਤੀਆਂ ਸਨ। ਉਸ ਸਮੇਂ ਪੁੱਛਿਆ ਸੀ, ਧਰੂ ਨੇ ਆਪਣੀ ਮਾਤਾ ਨੂੰ ਕਿਸ ਉਦਮ ਤੇ ਰਾਜ ਮਿਲੈ। ਸਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਰ ਆਰਾਧੀ ਹੈ। ਜਿੱਦੋਂ ਹੋਈ ਹੈ ਪਤਤ ਪਨੀਤਾ, ਬਾਹਰ ਚੱਲਿਆ ਕਰਨ ਤਪ। ਮਨ ਬੈਰਾਗੀ ਹੋਏ ਤੀਤਾ, ਪਿੱਛੋਂ ਰਾਜੈ ਸੱਦਿਆ। ਅਵਚਲ ਰਾਜ ਕਰੋ ਨਿਤ ਨੀਤਾ, ਤਰੋ ਭਗਤ ਨੇ। ਭਾਵੇਂ ਪਹਿਲਾਂ ਤਾਂ ਉਹਨੇ ਆਪਣੇ ਰਾਜ ਭਾਗ ਦਾ ਜਿਹੜਾ ਹਿੱਸਾ ਲੈਣ ਦੇ ਲਈ ਮਨ ਦੇ ਵਿੱਚ ਫੁਰਨਾ ਸੰਕਲਪ ਧਾਰਨ ਕੀਤਾ, ਪਰ ਜਦੋਂ ਰਾਜੇ ਉਤਾਨ ਪਾਦ ਨੂੰ ਪਤਾ ਲੱਗਿਆ, ਪਿੱਛੋਂ ਰਾਜੇ ਸੱਦਿਆ। ਅਬ ਚੱਲ ਰਾਜ ਕਰੋ ਨਿਤ ਨੀਤਾ, ਕਹਿ ਲੱਗਿਆ ਵੀ ਅੱਧਾ ਕੁ ਤੇਰੇ ਰਾਜ ਭਾਗ ਦਾ ਹੱਕ ਬਣਦਾ, ਤੂੰ ਆਪਣਾ ਅੱਧਾ ਰਾਜ ਭਾਗ ਸਾਂਭ ਲੈ। ਸੁਣ ਕਰਕੇ ਧਰੂਪਦ ਨੇ ਸੋਚਿਆ ਵੀ ਅਜੇ ਤਾਂ ਮੈਂ 2-4 ਹੀ ਕਦਮ ਉਠਾਏ ਹਨ, ਕਿੱਥੇ ਤਾਂ ਕਿਹਾ ਜਾਂਦਾ ਸੀ ਵੀ ਤੂੰ ਕੋਈ ਰਾਜ ਭਾਗ ਦਾ ਮਾਲਕ ਨਹੀਂ ਹੈ। ਆ ਹੁਣੇ ਹੀ ਦੇਖ ਲਓ, ਆਪਣੇ ਆਪ ਹੀ ਮੈਨੂੰ ਅੱਧਾ ਰਾਜ ਭਾਗ ਦੇਣ ਲੱਗ ਪਏ ਹਨ। ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ। ਧਰੂਪਦ ਨੇ ਸੋਚਿਆ ਵੀ ਆ ਝੂਠੇ ਰਾਜ ਭਾਗ ਤੋਂ ਲੈਣਾ ਕੀ ਹੈ। ਪਰਮਾਤਮਾ ਦੇ ਪਾਸੋਂ ਇਹੋ ਜਿਹਾ ਅਟਲ ਪਦਵੀ ਦਾ ਰਾਜ ਭਾਗ ਮੰਗਣਾ ਚਾਹੀਦਾ ਹੈ। ਭਗਤੀ ਤੋਖਤ ਦੇਨ ਕਰ ਪਾਲਾ, ਭਗਤੀ ਦੁਆਰਾ ਹੀ ਗਿਆਨ ਵੀ ਤੇ ਜਿਹੜੀ ਹੈ ਈਸ਼ਵਰ ਦੀ ਸਰਬੱਗਤਾ ਜਗਿਆਸੂ ਪ੍ਰਾਪਤ ਕਰ ਸਕਦੇ ਹਨ। ਜੁਤ ਬੇਕਾਰ ਪਰਜਾ ਸਰਬ, ਵਿਪਲ ਦੁਖ ਕਰਮ ਕੰਡ। ਪਰ ਜਿਹੜੀ ਪਰਜਾ ਵਿਸ਼ੇ ਬੇਕਾਰਾਂ ਦੇ ਵਿੱਚ ਲੱਗ ਕਰਕੇ ਤਾਂ ਭਾਵੇਂ ਤਨ ਕਰਕੇ ਵੀ ਔਰ ਮਨ ਕਰਕੇ ਵੀ ਬੜੇ ਦੁਖੀ ਹੋ ਰਹੇ ਹਨ। ਤੀਰਥ ਜਪ ਤਪ ਦਖਣਾ, ਨੇਮ ਸੰਜਮ ਅਰਦਾਨ। ਜਿਹੜੇ ਭਾਵੇਂ ਇਹ ਸਾਧਨ ਬੜੇ ਪੁਰਾਤਨ ਸਮੇਂ ਤੋਂ ਹੀ ਚਲੇ ਆਉਂਦੇ ਹਨ। ਜਪ ਹੈ, ਤਪ ਹੈ, ਦਾਨ ਹੈ, ਪੁੰਨ ਹੈ, ਨਾਨਾ ਪ੍ਰਕਾਰ ਦੇ ਜੋ ਆਪਾਂ ਸ੍ਰੇਸ਼ਟ ਕਰਮਾਂ ਬਾਰੇ ਸੁਣਦੇ ਰਹਿੰਦੇ ਹਾਂ। ਵਰਨ ਆਸ਼ਰਮ ਇਹ ਵੇਦ ਵਿਦ, ਰਚਿਓ ਵਿਧਾਤੇ ਥਾਨ। ਜੋ ਚਾਰ ਹੈ ਵਰਨ ਔਰ ਵੇਦਾਂ ਦੀ ਜਿਹੜੀ ਵਿਧੀ ਹੈ, ਢੰਗ ਤਰੀਕਾ, ਇਹ ਬਰਮਾ ਦੇ ਹੀ ਰਚੇ ਹੋਏ ਹਨ। ਈਸ ਜੀਵ ਕੀ ਭੇਦਤਾ, ਮੂਰਖ ਹੀਏ ਰਹਿ ਲਾਗ। ਪਰ ਜਿਹੜੀ ਇਹ ਜੀਵ ਤੇ ਈਸ਼ਰ ਦੀ ਅਭੇਦਤਾ, ਇਹਨੂੰ ਤਾਂ ਫਿਰ ਘਾਲਣਾ ਕਰਨ ਵਾਲੇ ਹੀ ਸਮਝ ਸਕਦੇ ਹਨ। ਸਾਹਿਬ ਸਿੰਘ ਤੂੰ ਜਾਣ ਅਬ, ਹਮ ਹੈ ਦਵੈਤ ਨਹਿ ਦਿਸ। ਭਾਈ ਰਾਮ ਕੋਇਰ ਜੀ ਇਹ ਸਾਰੀ ਜਿਹੜੀ ਕਥਾ ਸੁਣਾਉਂਦੇ ਹੋਏ ਆਪਣੇ ਵੱਲੋਂ ਭਾਈ ਸਾਹਿਬ ਸਿੰਘ ਜਿਹੜਾ ਲਿਖਾਰੀ ਹੈ, ਉਹਨੂੰ ਇਹ ਬਚਨ ਸੁਣਾ ਰਹੇ ਹਨ। ਸਾਹਿਬ ਸਿੰਘ ਤੂੰ ਜਾਣ ਅਬ, ਹਮ ਹੈ ਦਵੈਤ ਨਹਿ ਦਿਸ। ਭਾਈ ਰਾਮ ਕੌਰ ਜੀ ਕਹਿਣ ਲੱਗੇ, ਭਾਈ ਸਾਹਿਬ ਸਿੰਘ ਵੀ ਮੇਰੀ ਦ੍ਰਿਸ਼ਟੀ ਦੇ ਵਿੱਚੋਂ ਤਾਂ ਜਿਹੜੀ ਦਵੈਸ਼ ਬਿਲਕੁਲ ਇਹ ਤਾਂ ਖਤਮ ਹੋ ਚੁੱਕੀ ਹੈ। ਸਤਿਗੁਰ ਦਰਸ਼ਨ ਸਫਲ ਭਾ, ਪਾਏ ਰੂਪ ਹੀਏ ਸਰਸ। ਜਦੋਂ ਮੈਂ ਆਤਮਾ ਦਾ ਗਿਆਨ ਪ੍ਰਾਪਤ ਕਰਕੇ ਨਾ ਆਇਓ ਜੇ ਆਨੰਦ ਦੇ ਵਿੱਚ ਸਦਾ ਦੇ ਹੀ ਲੀਨ ਹੋ ਗਿਆ ਸੀ। ਰਾਮ ਕੁਬਰ ਭਾਈ ਭਨੈ, ਪਿਖਿਓ ਆਤਮਾ ਰੂਪ। ਵੀ ਦਸ਼ਮੇਸ਼ ਪਿਤਾ ਦੀ ਕਿਰਪਾ ਦੁਆਰਾ ਮੈਂ ਤਾਂ ਉਸ ਨਿਰਗੁਣ ਪਰਮਾਤਮਾ ਦੇ ਦਰਸ਼ਨ ਵੀ ਕਰ ਲਏ ਹਨ। ਵਰਨਿਓ ਜਾਏ ਨਾ ਜਿਹ ਕਛੂ, ਪਰਮ ਆਨੰਦ ਅਨੂਪ। ਵੀ ਜਿਹੜਾ ਹੈ ਨਿਰਗੁਣ ਪਰਮਾਤਮਾ, ਰੂਪ ਨ ਰੇਖ ਨ ਰੰਗ ਕਿਛ, ਤ੍ਰੈ ਗੁਣ ਤੇ ਬਰਾਭੈਨ ਤਿਸੈ ਬੁਝਾਏ ਨਾਨਕਾ। ਜਿਸ ਹੋਵੇ ਸੋ ਪ੍ਰਸੰਨ। ਵੀ ਜਿਹਦੇ ਬਾਰੇ ਜਵਾਨ ਦੇ ਨਾਲ ਤਾਂ ਕੋਈ ਬਚਨ ਵੀ
ਨਹੀਂ ਕੀਤੇ ਜਾ ਸਕਦੇ ਹਨ। ਜਦੋਂ ਦੀ ਸਤਿਗੁਰੂ ਜੀ ਨੇ ਕਰਦੀ ਕਿਰਪਾ ਮੇਰੇ ਉੱਪਰ, ਮੈਂ ਤਾਂ ਇਹੋ ਜਿਹੇ ਆਨੰਦ ਦੇ ਵਿੱਚ ਸਦਾ ਦੇ ਲਈ ਮਿਲ ਚੁੱਕਿਆ। ਸੁਨ ਕੇ ਨਿਹ ਸੰਸੈ ਭਈ ਸ਼੍ਰੀ ਮੁਖ ਤੇ ਸਭ ਬਾਤ। ਜਦੋਂ ਸਤਿਗੁਰੂ ਜੀ ਨੇ ਬੜੇ ਪੁਰਾਤਨ ਸਮੇਂ ਦੇ ਬਚਨ ਨੇ ਸੰਗਤਾਂ ਨੂੰ ਦੱਸੇ, ਸੁਣ ਕਰਕੇ ਉਹਨਾਂ ਦੇ ਮਨ ਦੇ ਵਿੱਚੋਂ ਵੀ ਆ ਜਿਹੜਾ ਸੰਸੈ ਜੋ ਭਰਮ ਹੈ ਦੂਰ ਹੋ ਗਿਆ। ਵੀ ਕਿਵੇਂ ਆ ਜਿਹੜੀ ਕੈਸ ਮੁੰਡਾਂ ਦੀ ਇੱਕ ਖੋਟੀ ਰਹੁ ਰੀਤੀ ਆ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਪ੍ਰਚਲਿਤ ਹੋਈ। ਰਾਜੇ ਨੂੰ ਤਾਂ ਆਪਣੇ ਉਸ ਰਾਜ ਭਾਗ ਦਾ ਡਰ ਪੈ ਗਿਆ ਵੀ ਕੋਈ ਪਤਾ ਨਹੀਂ ਇਹ ਜਿਹੜੇ ਬ੍ਰਾਹਮਣ ਉਹਨਾਂ ਸਮਿਆਂ ਦੇ ਵਿੱਚ ਬੜੇ ਜਪੀ ਤਪੀ ਸੰਤੋਖੀ ਸੰਜਮ ਨੂੰ ਧਾਰਨ ਕਰਨ ਵਾਲੇ ਹੋਇਆ ਕਰਦੇ ਸੀ। ਇਸੇ ਕਰਕੇ ਉਹ ਬੜਾ ਮਨ ਦੇ ਵਿੱਚ ਡਰਿਆ ਵੀ ਜੇ ਕਿਤੇ ਗੌਤ ਤੌਰ 'ਤੇ ਇਹਨਾਂ ਨੇ ਵਰਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਇਹ ਤਾਂ ਮੇਰੇ ਸਾਰੇ ਰਾਜ ਭਾਗ ਨੂੰ ਹੀ ਪਸੰਦ ਕਰ ਸਕਦੇ ਹਨ। ਉਹਨੇ ਫਿਰ ਇਹੋ ਜਿਹਾ ਲਾਲਚ ਇਹਨਾਂ ਬ੍ਰਾਹਮਣਾਂ ਨੂੰ ਦਿਖਾਇਆ, ਕਈਆਂ ਨੂੰ ਡਰਾ ਲਿਆ ਸੀ। ਵੇਦਾਂ ਸ਼ੁਰਤੀਆਂ ਦੇ ਵਿੱਚ ਬਹੁਤ ਸਾਰੇ ਹੋ ਜਿਹੇ ਸ਼ਲੋਕ ਉਹਨੇ ਪੰਡਤਾਂ ਦੇ ਪਾਸੋਂ ਲਿਖਵਾ ਕਰਕੇ ਪਾ ਦਿੱਤੇ ਸਨ। ਬਾਹਰ ਉੱਠੇ ਦੇਖਣ ਲੱਗੇ ਹੈ ਬੇਗੀ ਸੰਬਾਤ। ਫਿਰ ਦੀਨ ਦੁਨੀਆ ਦੇ ਮਾਲਕ ਬੜੇ ਤੇਜ਼ ਉੱਠ ਕਰਕੇ ਆਪਣੇ ਘੋੜਿਆਂ ਦੇ ਤਵੇਲੇ ਨੂੰ ਦੇਖਣ ਲੱਗ ਪਏ ਵੀ ਜਿੱਥੇ ਬਹੁਤ ਤਕੜੇ ਨਰੋਏ ਚੰਗੀ ਨਸਲ ਦੇ ਜਿਹੜੇ ਘੋੜੇ ਉਹ ਵੀ ਇਹ ਹਵਾ ਦੇ ਬੇਗ ਦੇ ਸਮਾਨ ਦੌੜਨ ਵਾਲੇ ਸਨ। ਚੌਪਈ ਇਸ ਪ੍ਰਕਾਰ ਸਿੱਖਨ ਉਪਦੇਸ਼ੈ। ਰੋਜ਼ਾਨਾ ਸਤਿਗੁਰੂ ਜੀ ਬੜੇ ਅੰਮ੍ਰਿਤ ਦੇ ਸਮਾਨ ਮਿੱਠੇ ਮਿੱਠੇ ਜਿਹੜੇ ਪ੍ਰਵਚਨ ਆਪਣੇ ਖਾਲਸੇ ਨੂੰ ਸੁਣਾ ਕਰਕੇ ਉਪਦੇਸ਼ ਕਰਿਆ ਕਰਦੇ ਸਨ। ਸੰਗ ਖਾਲਸਾ ਬਨ ਮਹਿ ਫਿਰੈ। ਜਦੋਂ ਵੀ ਕਿਤੇ ਮਹਾਰਾਜ ਦੀ ਮੌਜ ਹੁੰਦੀ ਉਸ ਸਮੇਂ ਜੋਧੇ ਸੂਰਮਿਆਂ ਦੇ ਨਾਲ ਫਿਰ ਸ਼ਿਕਾਰ ਖੇਡਣ ਵਾਸਤੇ ਵੀ ਚਲੇ ਜਾਂਦੇ ਸਨ। ਸੁਨ ਧਰ ਹੈ ਜੀ ਭਾਗ ਵਿਸ਼ੇਸ਼ੈ। ਜਿਨ੍ਹਾਂ ਦੇ ਨੇ ਚੰਗੇ ਭਾਗ ਉਹ ਫਿਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਲ ਨਾਉ। ਪਹਿਲਾਂ ਸੁਣ ਕੇ ਮੰਨ ਕੇ ਫਿਰ ਉਹਨਾਂ ਨੂੰ ਨਿਧਿਆਸਨ ਦੇ ਵਿੱਚ ਵੀ ਧਾਰਨ ਕਰ ਲੈਂਦੇ ਹਨ। ਬਹਿਰ ਅਖੀਰ ਬ੍ਰਿਤ ਕੋ ਕਰੈ। ਸਤਿਗੁਰੂ ਜੀ ਨੇ ਆ ਜਿਹੜੀ ਸ਼ਿਕਾਰ ਬਿਰਤੀ ਤਾਂ ਇੱਕ ਬਾਜ ਤੌਰ ਤੇ ਜੀਵਾਂ ਦੇ ਭਲੇ ਵਾਸਤੇ ਧਾਰਨ ਕੀਤੀ ਹੋਈ ਸੀ। ਸੰਗ ਖਾਲਸਾ ਬਨ ਮਹਿ ਫਿਰੈ। ਰੋਈਆਂ ਬਿਆਬਾਨਾਂ ਦੇ ਵਿੱਚ ਨਾਲ ਹੀ ਆ ਜੋਧੇ ਸੂਰਮੇ ਵੀ ਚੜਿਆ ਕਰਦੇ ਸਨ। ਕੇਤ ਕਾ ਭੇਟ ਦਿਹ ਡਰ ਭੀਨੇ। ਕੋਲ ਸਤਿਗੁਰੂ ਜੀ ਦਾ ਤੇਜ ਪ੍ਰਤਾਪ ਦੇ ਕੇ ਬਹੁਤ ਸਾਰੇ ਜਿਹੜੇ ਪਿੰਡਾਂ ਦੇ ਲੋਕ ਆਪਣੇ ਆਪ ਹੀ ਭੇਟਾ ਲੈ ਕੇ ਹਾਜ਼ਰ ਹੋਣ ਲੱਗ ਪਏ ਹਨ। ਜੇ ਨਹਿ ਮਿਲੇ ਕਰਬ ਕੁਛ ਧਰੈ। ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਅਜੇ ਵੀ ਮਾੜਾ ਮੋਟਾ ਮਾਣ ਹੰਕਾਰ ਆ ਭੀਮ ਚੰਦ ਵਰਗੇ ਰਾਜਿਆਂ ਦਾ ਭਰਿਆ ਹੋਇਆ ਸੀ। ਤਿਨ ਹਿਤ ਬ੍ਰਿੰਦ ਖਾਲਸਾ ਚਰੈ। ਪਰ ਸਤਿਗੁਰੂ ਜੀ ਨੇ ਕਦੇ ਕਿਸੇ ਦੇ ਨਾਲ ਕੋਈ ਹੋ ਜੀ ਧੱਕੇਸ਼ਾਹੀ ਤਾਂ ਨਹੀਂ ਕੀਤੀ, ਨਾ ਕਿਸੇ ਦਾ ਪਿੰਡ ਨਾ ਕਿਸੇ ਦਾ ਨਗਰ ਵੀ ਨਹੀਂ ਦਬਾਇਆ ਹੈ। ਕਰਹਿ ਸ਼ਿਕਾਰ ਤਹਾਂ ਮਨ ਪਾਇਓ। ਪਰ ਰੋਈਆਂ ਬਿਆਵਾਨਾਂ ਦੇ ਵਿੱਚ ਸਤਿਗੁਰੂ ਜੀ ਜਿਹੜਾ ਸ਼ਿਕਾਰ ਹੋਤਾ ਮਨ ਭਾਉਂਦਾ ਦੂਰ ਦੂਰ ਤੱਕ ਖੇਡਿਆ ਕਰਦੇ ਸਨ। ਭਜ ਹੈ ਤਜ ਹੈ ਗ੍ਰਾਮ ਡਰ ਪਾਇਓ। ਹੁਣ ਜਿਹੜੇ ਨੇ ਮੂਰਖ ਗਵਾਰ ਬੇਸਮਝ ਉਹ ਤਾਂ ਫਿਰ ਕਈ ਦਫਾ ਸਤਿਗੁਰੂ ਜੀ ਨੂੰ ਦੇਖ ਕਰਕੇ ਹੀ ਦੌੜ ਜਾਂਦੇ ਸੀ। ਕ੍ਰਿਖੀ ਵਡਾਏ ਪੁੰਜ ਲੈ ਆਵੈ। ਸਤਿਗੁਰੂ ਜੀ ਨੇ ਕਦੇ ਵੀ ਕਿਸੇ ਜ਼ਿਮੀਦਾਰ ਦੀ ਫਸਲ ਧੱਕੇ ਦੇ ਨਾਲ ਵਡਾ ਕਰਕੇ ਲੈਣਾ ਕੀ ਹੈ,
ਜਿੱਥੇ ਆ ਮਹਾਰਾਜ ਲੱਖਾਂ ਲੱਖਾਂ ਦੀ ਗਿਣਤੀ ਦੀ ਮਾਇਆ ਕਵੀ ਜਨਾਂ ਨੂੰ ਬਖਸ਼ਣ ਵਾਲੇ ਹਨ। ਆਨੰਦਪੁਰ ਤੁਰੰਗ ਸੋ ਖਾਵੇ, ਬਹੁਤ ਸਾਰਾ ਜੋ ਖਾ ਵਗੈਰਾ ਤਾਂ ਸੇਵਕ ਦਾਸ ਦੂਰੋਂ ਦੂਰੋਂ ਆਪਣੇ ਆਪ ਹੀ ਖੋਤ ਕਰਕੇ ਲਿਆਇਆ ਕਰਦੇ ਸਨ। ਭੀਮ ਚੰਦ ਦੇਖੈ ਦੁਖ ਲਹੈ, ਉਧਰੋਂ ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਬੜੀ ਈਰਖਾ ਵਕੀਲੀ ਹਰ ਵਕਤ ਭਰੀ ਰਹਿੰਦੀ ਹੈ। ਲੜ ਨਹਿ ਸਕੈ ਤਰਾਸ ਮਨ ਲਹੈ, ਹੁਣ ਡਰਦਾ ਹੋਇਆ ਮਹਾਰਾਜ ਦੇ ਨਾਲ ਇਹ ਜੰਗ ਵੀ ਨਹੀਂ ਕਰ ਸਕਦਾ ਸੀ। ਕਲੰਗੀ ਧਰ ਰਸ ਬੀਰ ਮਝਾਰਾ, ਪਤਾ ਹੈ ਵੀ ਦਸ਼ਮੇਸ਼ ਪਿਤਾ ਦਾ ਹਰ ਵਕਤ ਇਹ ਬੀਰਾ ਦੇ ਵਿੱਚ ਹੀ ਤਦਾਕਾਰ ਰਹਿੰਦੇ ਹਨ। ਚਾਹੇ ਜੰਗ ਕੋ ਸਦਾ ਅਖਾਰਾ, ਮਹਾਰਾਜ ਨੇ ਤਾਂ ਆਪਣੇ ਖਾਲਸੇ ਦੇ ਅੰਦਰ ਇਹੋ ਜਿਹਾ ਵੀਰ ਰਸ ਭਰ ਦਿੱਤਾ ਸੀ ਜਿਹੜੇ ਪੱਟੇ ਪੈਰ ਰਾਤ ਦਿਨ ਯੁੱਧ ਕਰਨ ਦੇ ਲਈ ਤਿਆਰ ਬਰ ਤਿਆਰ ਰਹਿੰਦੇ ਸਨ। ਹੁਣ ਜਿਸ ਪ੍ਰਕਾਰ ਮਹਾਰਾਜ ਨੇ ਹੋਰ ਵੀ ਬਹੁਤ ਸਾਰੇ ਪ੍ਰਵਚਨ ਸੰਗਤਾਂ ਦੇ ਨਾਲ ਕਰਨੇ ਨੇ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾਂ ਤਾਈਂ ਨੇ ਹਾਲ ਕਰ ਰਹੇ ਨੇ। ਭੀਮ ਚੰਦ ਦੇਖੈ ਦੁਖ ਲਹੈ, ਲੜ ਨਹਿ ਸਕੈ ਤਰਾਸ ਮਨ ਲਹੈ। ਭੀਮ ਚੰਦ ਦੇਖੈ ਦੁਖ ਲਹੈ, ਲੜ ਨਹਿ ਸਕੈ ਤਰਾਸ ਮਨ ਲਹੈ। हे ਜੋਤ ਪਾਰ ਬ੍ਰਹਮਾ ਅਵਿਨਾਸੀ ਅਗਨਾਸ हे ਪੂਰਨ ਸਰਬ